ਅਜੀਤ ਵੈੱਬ ਟੀਵੀ 'ਤੇ ਆਪ ਜੀ ਦਾ ਸਵਾਗਤ ਹੈ ਜੀ। ਮੈਂ ਹਾਂ ਰਣਜੀਤ ਸਿੰਘ ਢਿੱਲੋਂ। ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਪਿੰਡ ਗੋਨਿਆਣਾ ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖੇਤੀ ਸੰਬੰਧੀ ਜਿਹੜਾ ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ, ਕਿਉਂਕਿ ਮਾਨਸਾ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਇਸ ਵਾਰ ਨਰਮੇ ਦੀ ਜੋ ਗੁਲਾਬੀ ਸੁੰਡੀ ਨੇ ਹਮਲਾ ਕੀਤਾ, ਉਸ ਨਾਲ ਨਰਮੇ ਦੀ ਫਸਲ ਨੂੰ ਤਹਿਸ਼ ਨਹਿਸ਼ ਕਰ ਦਿੱਤਾ। ਪਰ ਕਿਸਮਤ ਵਾਲੀ ਕਿਸਾਨਾਂ ਦੀ ਗੱਲ ਇਹ ਰਹੀ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਜਿਹੜਾ ਇਸ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਿਆ ਹੈ। ਪਰ ਅੱਗੇ ਤੋਂ ਸਾਨੂੰ ਜਿਹੜਾ ਕਿਸਾਨ ਜ਼ਰੂਰ ਚਿੰਤਤ ਹੈ, ਵਿਗਿਆਨੀ ਵੀ ਚਿੰਤਤ ਹੈ ਕਿ ਅੱਗੇ ਤੋਂ ਇਹ ਬਿਮਾਰੀ ਇਲਾਕੇ ਵਿੱਚ ਨਾ ਫੈਲੇ। ਪਹਿਲਾਂ ਹੀ ਕਿਸਾਨਾਂ ਨੂੰ ਜਿਹੜਾ ਜਾਗਰੂਕ ਕੀਤਾ ਜਾਵੇ ਕਿ ਗੁਲਾਬੀ ਸੁੰਡੀ ਦੇ ਹਮਲੇ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਸਾਡੇ ਨਾਲ ਡਾਕਟਰ ਨਿਰਮਲਜੀਤ ਸਿੰਘ ਧਾਲੀਵਾਲ, ਐਸੋਸੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਇਸ ਜਿਹੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇਸ ਵਾਰ ਕਾਟਨ ਕਿੰਨੇ ਇਲਾਕੇ 'ਚ ਬੀਜਿਆ ਹੈ, ਕਿੰਨੀ ਫਸਲ ਹੈ ਜਿਹੜੀ ਪਹਿਲਾਂ ਨਾਲੋਂ ਕਿੰਨੀ ਕੁ ਅੱਛੀ ਹੈ? ਵੀਰ ਜੀ, ਪਿਛਲੇ ਸਾਲ ਦੇ ਮੁਕਾਬਲੇ 5-7% ਰਕਬਾ ਜਿਹੜਾ ਨਰਮੇ ਹੇਠ ਜ਼ਿਆਦਾ ਹੋਇਆ। ਕੁੱਲ 37,000 ਹੈਕਟੇਅਰ ਯਾਨੀ ਇਹਦੇ ਹੇਠਾਂ ਰਕਬਾ ਹੋਇਆ, ਅਤੇ ਪਿਛਲੇ ਸਾਲ ਦੇ ਮੁਕਾਬਲੇ ਫਸਲ ਚੰਗੀ ਹੈਗੀ ਹੈ ਅਤੇ ਜਿਹੜਾ ਆਪਾਂ ਸਰਵੇਖਣ ਵੀ ਕੀਤੇ ਹੈਗੇ ਆ। ਪਰ ਜਿਹੜਾ ਮੁਕਤਸਰ ਦਾ ਜਿਹੜਾ ਬਠਿੰਡਾ ਦਾ ਏਰੀਆ ਨਾਲ ਲੱਗਦਾ ਹੈ, ਕੁਛ ਪਿੰਡਾਂ ਦੇ ਵਿੱਚ ਉੱਥੇ ਵੀ ਮੁਸ਼ਕਿਲ ਆਈ ਹੈ, ਪਰ ਓਵਰਆਲ ਫਿਰ ਵੀ ਬੱਚਤ ਹੈਗੀ ਹੈ। ਉਹਦੇ ਲਈ ਜਿਹੜਾ ਸਾਡੇ ਪ੍ਰੋਗਰਾਮ ਸੀਗੇ ਇੱਥੇ ਮੁਕਤਸਰ ਜ਼ਿਲ੍ਹੇ ਵਿੱਚ ਪਹਿਲਾਂ ਦੱਸਣ ਦੇ, ਜਾਂ ਅਸੀਂ ਐਫਰਟਸ ਕੀਤੇ ਸਾਰੇ ਡਿਪਾਰਟਮੈਂਟ ਖੇਤੀਬਾੜੀ ਮਹਿਕਮਾ, ਅਸੀਂ ਸਾਰਿਆਂ ਨੇ ਜਾਂ ਕੋਈ ਮੀਟਿੰਗਾਂ ਕੀਤੀਆਂ, ਉਹਦਾ ਵੀ ਅਸਰ ਹੈਗਾ ਅਤੇ ਉਹਦੇ ਨਾਲ ਆਪਾਂ ਬਚ ਗਏ ਹੈਗੇ ਹਾਂ। ਅਤੇ ਬਾਕੀ ਤੁਸੀਂ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਖੜ੍ਹੇ ਹੋ ਅਤੇ ਇੱਥੇ ਵੀ ਆਪਣੇ ਭਰਪੂਰ ਫਸਲ ਹੈਗੀ ਆ। ਬਿਲਕੁਲ ਸਾਡੇ ਮਾਹਰਾਂ ਨੇ ਵੀ ਦੇਖਿਆ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਤੇ ਵਧੀਆ। ਪਰ ਅਗਲੇ ਸਾਲ ਦੀ ਇਹ ਪ੍ਰੋਬਲਮ ਆ ਸਕਦੀ ਆ। ਉਹਦੇ ਲਈ ਆਪਾਂ ਪਹਿਲਾਂ ਵੀ ਜਿਵੇਂ ਗੱਲਾਂ ਕਰਦੇ ਸੀਗੇ ਵੀ ਜਿਹੜੀ ਛਿਟੀਆਂ ਦਾ ਆਪਾਂ ਨੂੰ ਹੁਣ ਬਾਕੀ ਚੀਜ਼ਾਂ ਤਾਂ ਨਿਕਲ ਗਈਆਂ, ਪਰ ਹੁਣ ਆਪਾਂ ਨੂੰ ਛਿਟੀਆਂ ਦਾ ਕੰਮ ਕਰਨਾ ਚਾਹੀਦਾ ਵੀ ਉਹਨੂੰ ਖਤਮ ਕਰ ਲਈਏ ਅਗਲੇ ਸਾਲ ਮਾਰਚ ਵਿੱਚ ਤੱਕ, ਅਤੇ ਇਹਦੇ ਨਾਲ ਫਿਰ ਆਪਾਂ ਬਚ ਜਾਵਾਂਗੇ। ਪਰ ਅੱਗੇ ਤੋਂ ਜਿਹੜੀ ਸਟ੍ਰੈਟਜੀ ਬਣੂਗੀ ਆਪਣੀ ਪਹਿਲਾਂ ਫੁੱਲ ਦੇਖਣ ਵਾਲੀ, ਉਹ ਜਿਹੜੀ ਆਪਾਂ ਭੁੱਲ ਗਏ ਹੁਣ ਤੱਕ। ਜੇ ਆਪਾਂ ਉਹਦੇ 'ਤੇ ਖਿਆਲ ਰੱਖਾਂਗੇ ਅਤੇ ਜਾਂ ਅੱਗੇ ਤੋਂ ਜਿਹੜੀਆਂ ਸਾਡੇ ਨਾਲ ਵੀ, ਮੈਂ ਕਿਸਾਨ ਵੀਰਾਂ ਨੂੰ ਬੇਨਤੀ ਇਹੀ ਕਰਦਾ ਵੀ ਸਾਡੇ ਨਾਲ ਜੁੜਨ, ਖੇਤੀਬਾੜੀ ਮਹਿਕਮੇ ਨਾਲ ਜੁੜਨ, ਅਤੇ ਜਿਹੜੀ ਅਗਲੀ ਸਟ੍ਰੈਟਜੀ ਬਣੂਗੀ ਆਪਾਂ ਸਟਾਰਟਿੰਗ ਤੋਂ ਹੀ ਉਹਨੂੰ ਆਪਾਂ ਠੀਕ ਕਰੀਏ ਤਾਂ ਕਿ ਆਪਾਂ ਨੂੰ ਕੋਈ ਮੁਸ਼ਕਲ ਨਾ ਆਵੇ। ਡਾਕਟਰ ਧਾਲੀਵਾਲ ਸਾਹਿਬ ਦਾ ਕਹਿਣਾ ਹੈ ਕਿ ਜੇ ਖੇਤਾਂ ਵਿੱਚ ਆਪਾਂ ਛਟੀਆਂ ਸਟੋਰ ਕਰ ਲੈਂਦੇ ਹਨ ਕਿਸਾਨ, ਉਸ ਨਾਲ ਬਿਮਾਰੀ ਨਰਮੇ ਨੂੰ ਜਿਹੜਾ ਵਧਣ ਦਾ ਖਤਰਾ ਬਣ ਜਾਂਦਾ ਹੈ। ਇਸ ਲਈ ਉਹ ਜਿਹੜੀ ਛਟੀਆਂ ਉਹਨਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ, ਅਤੇ ਇਹ ਤਾਂ ਜੋ ਜਿਹੜਾ ਬਚਾਅ ਹੋ ਸਕੇ। ਸਾਡੇ ਨਾਲ ਅਗਾਂਹਵਧੂ ਕਿਸਾਨ ਗੁਰਮੇਲ ਸਿੰਘ ਸਰਾਂ ਪਿੰਡ ਛੱਤਿਆਣਾ ਜੁੜੇ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਇਸ ਵਾਰ ਫਸਲ ਦਾ ਜਿਹੜਾ ਨਰਮੇ ਦਾ ਭਾਅ ਵੀ ਕਾਫੀ ਅੱਛਾ ਰਿਹਾ ਹੈ ਅਤੇ ਆਪਣੇ ਜ਼ਿਲ੍ਹੇ 'ਚ ਨਰਮੇ ਦੀ ਫਸਲ ਵੀ ਭਰਪੂਰ ਹੋ ਰਹੀ ਹੈ। ਕੀ ਕਹਿਣਾ ਤੁਹਾਡਾ? ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਗੁਲਾਬੀ ਸੁੰਡੀ ਦਾ ਹਮਲਾ ਬਹੁਤ ਘੱਟ ਹੈ। ਗਿੱਦੜਬਾਹੇ ਬਲਾਕ ਦੇ ਵਿੱਚ ਜਿਵੇਂ ਦੌਲਾ ਪਿੰਡ ਹੈ, ਇਹਨਾਂ ਪਿੰਡਾਂ 'ਚ ਜਿਹੜੇ ਬਠਿੰਡੇ ਦੇ ਨਾਲ ਲੱਗਦੇ ਆ, ਉੱਥੇ ਇਹਨਾਂ ਦਾ ਹੈ ਜਿੱਥੇ ਜ਼ਿਆਦਾ ਨਰਮਾ ਹੁੰਦਾ ਹੈ। ਉਹਦਾ ਵੱਡਾ ਕਾਰਨ ਹੈ, ਜਿੱਥੇ ਨਰਮਾ ਪਿਛਲੇ ਸਾਲ ਜ਼ਿਆਦਾ ਸੀ ਤਾਂ ਲੋਕਾਂ ਕੋਲੇ ਛਟੀਆਂ ਵੀ ਜ਼ਿਆਦਾ ਸਨ, ਅਤੇ ਉਹ ਛਟੀਆਂ ਦੇ ਜਿਹੜੇ ਛੌਰ ਹੈ ਆਪਣੇ ਖੇਤਾਂ ਦੇ ਵਿੱਚ ਹੀ ਲਗਾ ਦਿੱਤੇ ਗਏ। ਉਹਦੇ ਨਾਲ ਉਹ ਜਿਹੜੀ ਉਹਦੇ ਵਿੱਚ ਲੁਕਿਆ ਰਿਹਾ ਜਿਹੜੇ ਪਤੰਗੇ, ਅਤੇ ਉੱਥੋਂ ਚੱਲ ਪਏ ਜਦੋਂ ਆ ਗਿਆ। ਸਭ ਤੋਂ ਜਿਹੜਾ ਮੈਥਡ ਇਹਦਾ ਇਹੀ ਹੈ ਬਚਾਉਣ ਦਾ ਇਹ ਤੋਂ, ਗੁਲਾਬੀ ਸੁੰਡੀ ਤੋਂ, ਵੀ ਮਾਰਚ ਤੋਂ ਪਹਿਲਾਂ ਛਟੀਆਂ ਦਾ ਨਿਬੇੜਾ ਕੀਤਾ ਜਾਵੇ। ਇੱਕ ਜਦੋਂ ਫੁੱਲਾਂ 'ਤੇ ਹੁੰਦਾ ਨਰਮਾ, ਉਦੋਂ ਇਹਦੀ ਜਾਂਚ ਕੀਤੀ ਜਾਵੇ ਸਾਰੀ, ਮਗਰੋਂ ਇਹਦਾ ਕੋਈ ਕੰਟਰੋਲ ਨਹੀਂ ਜਦੋਂ ਇਹ ਸੁੰਡੀ ਵੜ ਗਈ ਟਿੰਡੇ ਦੇ ਵਿੱਚ। ਹੁਣ ਮੈਂ ਇੱਕ ਹੋਰਾਂ ਨੇ ਜਿਹੜੇ ਲੋਕ ਕਿਸਾਨ ਸਾਡੇ ਭਰਾ ਨਰਮਾ ਵਾਹੀ ਜਾਂਦੇ ਆ, ਉਹਨਾਂ ਨੂੰ ਵਾਹੁਣਾ ਨਹੀਂ ਚਾਹੀਦਾ। ਉਹਦੇ 'ਚੋਂ ਅਜੇ ਵੀ ਅੱਧਾ ਝਾੜ ਉਹਦੇ 'ਚੋਂ ਮਿਲ ਸਕਦਾ ਹੈਗਾ ਜੇ ਉਹ ਕੋਸ਼ਿਸ਼ ਕਰਨ। ਥੋੜ੍ਹਾ ਕਾਣਾ ਉਹਦਾ ਰੇਟ ਘੱਟ ਮਿਲ ਜੂਗਾ। ਪਹਿਲਾਂ ਸਾਡੇ ਹੁੰਦੀ ਰਹੀ ਹੈ ਇਹ ਹਮਲਾ ਇਹਦਾ ਗੁਲਾਬੀ ਸੁੰਡੀ ਦਾ ਪਹਿਲਾਂ, ਅਤੇ ਜਦੋਂ ਦਾ ਇਹ ਆਇਆ ਸੀ BT ਉਦੋਂ ਦਾ ਇਹ ਬੰਦ ਹੋਇਆ ਸੀ। ਅਤੇ ਉਹਦੇ 'ਚ ਐਂ ਨਹੀਂ ਗਾ ਵੀ ਉਹ ਜਮਾਂ ਹੀ ਖਤਮ ਹੋ ਜੇ, ਨਸ਼ਟ ਹੋ ਜੂਗੀ ਤੁਹਾਡੀ ਫਸਲ। ਅਤੇ ਉਹ ਜੇ ਤੁਸੀਂ ਉਹਨੂੰ ਸੰਭਾਲ ਕੇ ਰੱਖੋਗੇ, ਅਜੇ ਵੀ ਦਵਾਈ ਨਹੀਂ ਕਰਨ ਦੀ ਕੋਈ ਲੋੜ, ਅਤੇ ਵੀ ਉਹਨੂੰ ਵਾਹੋ ਨਾ, ਅਤੇ ਜਿੰਨਾ ਹੈਗਾ ਉਹਨੂੰ ਤੋੜ ਲਓ, ਟਿੰਡੇ ਤੋੜ ਕੇ ਚਲੋ ਕਣਕ ਵੀ ਬੀਜ ਲਓ, ਅਤੇ ਕੁਛ ਨਾ ਕੁਛ ਤੁਹਾਡੇ ਹੱਥ ਲੱਗੂਗਾ। ਨਰਮੇ ਦਾ ਰੇਟ ਬਹੁਤ ਹੈਗਾ, ਉਹਦੇ ਨਾਲ ਤੁਹਾਡੀ ਕੋਈ ਨਾ ਕੋਈ ਖਰਚਾ ਮੁੜਿਆ ਆਊਗਾ। ਡਾਕਟਰ ਗੁਰਮੇਲ ਸਿੰਘ ਜੋ ਕਿ ਸਹਾਇਕ ਪ੍ਰੋਫੈਸਰ ਹਨ ਪੌਦ ਸੁਰੱਖਿਆ ਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਨਰਮੇ ਦੀ ਜੋ ਬਿਮਾਰੀਆਂ ਵੱਧ ਰਹੀਆਂ ਹਨ, ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਕਿਸ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਜੋ ਭਰਪੂਰ ਫਸਲ ਹੋ ਸਕੇ। ਹਾਂਜੀ ਡਾਕਟਰ।
ਹਾਂਜੀ ਬਿਲਕੁਲ ਕਿਸਾਨ ਵੀਰੋ, ਜਿਵੇਂ ਮੌਸਮ ਦੇ ਵਿੱਚ ਤਬਦੀਲੀਆਂ ਆ ਰਹੀਆਂ ਉਸ ਦੇ ਕਾਰਨ ਕੁਛ ਕੁ ਕੀੜੇ ਮਕੌੜੇ ਬਿਮਾਰੀਆਂ ਸਿਰਫ ਨਰਮੇ ਦੇ ਉੱਪਰ ਨਹੀਂ, ਝੋਨੇ ਦੇ ਉੱਪਰ ਵੀ ਸਮੱਸਿਆਵਾਂ ਸਾਡੀਆਂ ਜਿਹੜੀਆਂ ਨੇ ਉਹ ਕਈ ਵਾਰੀ ਵੱਧ ਜਾਂਦੀਆਂ ਨੇ। ਤਾਂ ਇਸ ਦਾ ਜਿਹੜਾ ਮੂਲ ਮੰਤਰ ਇਹ ਹੈ ਕਿ ਸਾਨੂੰ ਬੀਜ ਤੋਂ ਜਿਹੜੀ ਹੈ ਚੰਗੇ ਬੀਜ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਜਿਵੇਂ ਅਸੀਂ ਅੱਗੇ ਅਖਬਾਰਾਂ ਵਗੈਰਾ ਦੇ ਵਿੱਚ ਵੀ ਪੜ੍ਹਦੇ ਹਾਂ ਕਿ ਕੁਛ ਕਿਸਾਨ ਵੀਰ ਜਿਹੜਾ ਨਰਮੇ ਦਾ ਬੀਜ ਹੈ ਗੁਜਰਾਤ ਵਗੈਰਾ ਤੋਂ ਵੀ ਲੈ ਆਉਂਦੇ ਆ, ਤਾਂ ਕਈ ਵਾਰੀ ਉਸ ਨਾਲ ਨੁਕਸਾਨ ਹੋ ਜਾਂਦਾ। ਤਾਂ ਹਰ ਸਾਲ ਯੂਨੀਵਰਸਿਟੀ ਵੱਲੋਂ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ, ਉਸ ਦੇ ਅਨੁਸਾਰ ਬੀਜ ਮਾਰਕੀਟ ਦੇ ਵਿੱਚ ਆਉਂਦਾ, ਤਾਂ ਉਹੀ ਬੀਜ ਪੱਕਾ ਬਿੱਲ ਲੈ ਕੇ ਜਿਹੜਾ ਉਹਨਾਂ ਨੂੰ ਖਰੀਦਣਾ ਚਾਹੀਦਾ। ਨਾਲ ਦੀ ਨਾਲ ਕੀੜਾ ਪਤੰਗਾ ਜਾਂ ਬਿਮਾਰੀ ਦੀ ਰੋਕਥਾਮ ਦਾ ਮੂਲ ਆਧਾਰ ਹੈ ਕਿ ਲਗਾਤਾਰ ਖੇਤਾਂ ਦਾ ਸਰਵੇਖਣ ਕਰਦੇ ਰਹੋ। ਜਦੋਂ ਕਿਸਾਨ ਵੀਰ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਗੇ, ਸ਼ੁਰੂਆਤ ਦੇ ਵਿੱਚ ਅਸੀਂ ਕੀੜੇ ਜਾਂ ਬਿਮਾਰੀ ਦੀ ਰੋਕਥਾਮ ਉਹਦੇ ਨਿਸ਼ਾਨੀਆਂ ਆਧਾਰਿਤ ਜਿਹੜਾ ਉਹ ਕਰ ਸਕਦੇ। ਡਾਕਟਰ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਫਸਲ ਦੀ ਬਿਜਾਈ ਤੋਂ ਲੈ ਕੇ ਹੀ ਹਮੇਸ਼ਾ ਖੇਤਾਂ ਵਿੱਚ ਜਾ ਕੇ ਨਾਲੋਂ ਨਾਲ ਫਸਲ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਨਾ ਵਧੇ, ਕਿਉਂਕਿ ਕਿਤੇ ਜਿਹੜਾ ਹੈ ਮਿੱਲੀ ਬੱਗ ਦਾ ਹਮਲਾ, ਕਿਤੇ ਚਿੱਟੀ ਮੱਖੀ ਦਾ ਹਮਲਾ, ਕਿਤੇ ਗੁਲਾਬੀ ਸੁੰਡੀ ਦਾ ਹਮਲਾ, ਜਿਹੜਾ ਨਰਮੇ 'ਤੇ ਵਾਰ-ਵਾਰ ਬਿਮਾਰੀਆਂ ਪੈਦਾ ਹੋ ਰਹੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਬਹੁਤ ਭਾਰੀ ਸੱਟ ਵੱਜੀ ਹੈ। ਪਰ ਜੇਕਰ ਸੁਚੇਤ ਹੋਣਗੇ, ਖੇਤੀਬਾੜੀ ਵਿਗਿਆਨੀਆਂ ਦੀ ਸਲਾਹ ਨਾਲ ਜਿਹੜਾ ਕਿਸਾਨ ਆਪਣੀ ਫਸਲ ਬੀਜਣਗੇ ਅਤੇ ਉਸ ਮੁਤਾਬਕ ਹੀ ਉਸ ਨੂੰ ਅੱਗੇ ਸਲਾਹ ਨਾਲ ਆਪਣੇ ਰੇਹ ਸਪਰੇਅ ਜੋ ਹੈਗਾ ਇਹ ਸਲਾਹ ਦਿੰਦੇ ਹੈ ਉਸ ਮੁਤਾਬਕ ਚੱਲਣਗੇ ਤਾਂ ਭਰਪੂਰ ਫਸਲ ਜਿਹੜੀ ਪੈਦਾ ਹੋ ਸਕਦੀ ਹੈ। ਇਸ ਵਾਰ ਕਿਸਾਨਾਂ ਨੂੰ ਜਿਹੜਾ ਨਰਮੇ ਦਾ ਭਾਅ ਵੀ ਬਹੁਤ ਅੱਛਾ ਮਿਲ ਰਿਹਾ ਅਤੇ ਇਹ ਇੱਕ ਸ਼ੁਭ ਸੰਕੇਤ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਰਹੇ ਅਤੇ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਅਗਾਂਹ-ਵਧੂ ਕਿਸਾਨ ਸਰਦਾਰ ਸੰਤ ਸਿੰਘ ਬਰਾੜ, ਜੋ ਕਿ ਹਮੇਸ਼ਾ ਹੀ ਕਿਸਾਨੀ ਫਸਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ, ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਸਲਾਹ ਵੀ ਦਿੰਦੇ ਰਹਿੰਦੇ ਹਨ ਅਤੇ ਉਹ ਵੀ ਸਾਡੇ ਨਾਲ ਜੁੜੇ ਹਨ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹ 2000 ਦੇ ਸ਼ੁਰੂ 'ਚ ਨਰਮਾ ਹੋਣਾ ਖਤਮ ਹੋ ਗਿਆ ਸੀ ਅਤੇ ਜਿਹੜੀ ਅਮਰੀਕਨ ਪੋਲਵਾਰਮ ਨੇ ਜਦ ਬਿਲਕੁਲ ਖਤਮ ਕਰਤਾ ਸੀਗਾ। ਇੱਕ ਟਿੰਡਾ ਵੀ ਨਹੀਂ ਕਿਤੇ ਖਿੜਿਆ ਦਿਸਦਾ ਸੀ, ਜੇ ਕਿਸੇ ਦਾ ਹੁੰਦਾ ਸੀ ਤਾਂ ਰਕਸ਼ੇ 'ਤੇ ਪੰਡ ਬੰਨ੍ਹ ਕੇ ਲਿਆਉਂਦਾ ਸੀ। ਇਹ 2004 'ਚ ਪ੍ਰਬੰਧਕੀ ਬੋਰਡ ਦੇ ਵਿੱਚ ਸਾਨੂੰ ਡਿਊਟੀ ਲਾਈ ਕੈਪਟਨ ਅਮਰਿੰਦਰ ਸਿੰਘ ਆਪ, ਉਹਨੇ ਸਰਕਾਰ ਨੇ ਵੀ ਤੁਸੀਂ ਪਹਿਲਾਂ BT ਕਾਟਨ ਦੀ ਖੋਜ ਕਰਵਾਓ। ਅਸੀਂ ਬੜੀ ਮਿਹਨਤ ਨਾਲ, ਮੇਰੇ ਨਾਲ ਇੱਕ ਸੁਖਦੇਵ ਸਿੰਘ ਚਹਿਲ ਸੀ ਬਠਿੰਡੇ ਤੋਂ, ਇਹ ਜਿਹੜਾ BT ਕਾਟਨ ਆ ਇਹ ਲੈ ਕੇ ਆਂਦਾ ਅਤੇ BT ਕਾਟਨ ਸਾਡੇ ਇਲਾਕੇ 'ਚ ਵੱਧ ਵੀ ਆ ਕੇ ਵਿਕਿਆ। ਅਸੀਂ ਬਹੁਤ ਪ੍ਰੋਪੇਗੈਂਡਾ ਕੀਤਾ ਅਤੇ ਗਿੱਦੜਬਾਹਾ ਮੰਡੀ 'ਚ ਮੈਂ ਸਮਝਦਾ ਵੀ ਸਾਰੇ ਪੰਜਾਬ ਤੋਂ ਵੱਧ ਜਿਹੜਾ 2005 ਤੇ 6 'ਚ ਨਰਮਾ ਆਇਆ। ਹੁਣ 15 ਸਾਲ ਤੋਂ ਬੜੀ ਵਧੀਆ ਸੀ, ਲੋਕ ਭਾਵੇਂ ਵੱਧ ਬੀਜਦੇ ਸੀ, ਝੋਨਾ ਸੌਖਾ ਸਮਝ ਕੇ ਵੱਧ ਉੱਧਰ ਹੋ ਗਏ ਸੀ, ਪਰ ਜਿਹੜਾ ਵੀ ਬੀਜਦਾ ਸੀ ਉਹਨੂੰ ਇਹੋ ਜਿਹੀ ਕੋਈ ਤਕਲੀਫ ਨਹੀਂ ਹੋਈ ਸੀ, ਕਦੇ ਕੋਈ ਬਿਮਾਰੀ ਨਹੀਂ ਪਈ ਸੀ ਵੱਡੀ। ਇਸ ਸਾਲ ਤਾਂ ਹੁਣ 2 ਮਹੀਨੇ ਹੋ ਗਏ, ਤੁਸੀਂ ਵੇਖੀ ਜਾਂਦੇ ਹੋ ਸਾਰੀ ਸਰਕਾਰ ਹਿੱਲੀ ਪਈ ਹੈ। ਮੁੱਖ ਮੰਤਰੀ ਮੌੜ ਆ ਕੇ ਦੇਖ ਕੇ ਗਿਆ। ਜਿਹੜੇ ਹੁਣ ਸਾਡੇ ਅਗਾਂਹ ਵਧੂ ਹੈ ਕਿਸਾਨ ਐਗਰੀਕਲਚਰ ਮਿਨਿਸਟਰ, ਉਹ ਵੀ ਬੜੇ ਚਿੰਤਤ ਹੈ ਅਤੇ ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ ਅਤੇ ਜਿਹੜੇ ਖੁਦ ਇਹ ਲੈ ਕੇ ਆਏ ਆ BT ਕਾਟਨ, ਸਾਨੂੰ ਬਹੁਤ ਚਿੰਤਾ ਹੈ ਵੀ ਜੇ ਸਾਡੇ ਵਹਿੰਦੇ 15 ਸਾਲਾਂ 'ਚ ਜੇ ਐਂ ਹੀ ਖਤਮ ਹੋ ਗਈ, ਫਿਰ ਕਿਸਾਨਾਂ ਨੂੰ ਕੀ, ਉਹਨਾਂ ਨੂੰ ਡਾਈਵਰਸੀਫਿਕੇਸ਼ਨ ਵਾਲੇ ਪਾਸੇ ਕਿਵੇਂ ਜਾਵਾਂਗੇ। ਜਿਵੇਂ ਰੇਟ ਚੰਗਾ, ਝਾੜ ਚੰਗਾ ਹੋਵੇ, ਲੋਕ ਆਪੇ ਹੀ ਇਸੇ ਪਾਸੇ ਡਾਈਵਰਸੀਫਿਕੇਸ਼ਨ ਕਰਨਗੇ। ਇਸ ਕਰਕੇ ਸਾਰੇ ਫੀਲਡ ਦੇ ਵਿੱਚ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਮਿਲਦੇ ਹਾਂ, ਸਾਰੇ ਅਗਾਂਹ ਵਧੂ ਕਿਸਾਨਾਂ ਨੂੰ, ਸਾਇੰਟਿਸਟਾਂ ਨੂੰ, ਅਤੇ ਇੱਕ ਰਾਏਨਾਮਾ ਬਣਾ ਰਹੇ ਹਾਂ ਕਿ ਇਹਨੂੰ ਰੋਕਿਆ ਜਾਵੇ, ਜਿਹੜੀ ਇਹ ਪਿੰਕ ਪੋਲਵਾਰਮ ਹੈ, ਅਤੇ ਤਾਂ ਹੀ ਬਚਾਅ ਹੋਊਗਾ। ਅਸੀਂ ਬਹੁਤ ਕੋਸ਼ਿਸ਼ 'ਚ ਹੈ ਸਾਰੇ, ਅਤੇ ਇਸੇ ਨਾਲ ਪਾਸੇ ਸਾਰੇ ਲੱਗੇ ਹਾਂ। ਫਸਲੀ ਵਿਭਿੰਨਤਾ ਨੂੰ ਲੈ ਕੇ ਸਰਦਾਰ ਸੰਤ ਸਿੰਘ ਬਰਾੜ ਹਮੇਸ਼ਾ ਹੀ ਜਿਹੜਾ ਖੇਤੀ ਵਿਗਿਆਨੀਆਂ ਨਾਲ ਔਰ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਦੇ ਰਹਿੰਦੇ ਹਨ। ਸਾਡੇ ਨਾਲ ਇੱਕ ਗੋਨਿਆਣਾ ਪਿੰਡ ਦੇ ਕਿਸਾਨ ਜੁੜੇ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਮੇਰਾ ਨਾਮ ਬੋੜ ਸਿੰਘ ਹੈ ਜੀ। ਮੈਂ 15 ਸਾਲਾਂ ਤੋਂ ਖੇਤੀ ਕਰ ਰਿਹਾ ਜੀ, ਅਤੇ ਮੈਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਖੇਤੀਬਾੜੀ ਵਿਗਿਆਨੀਆਂ ਦੀ ਸਲਾਹ ਨਾਲ ਹੀ ਸਾਰੀ ਖੇਤੀ ਕਰ ਰਿਹਾ। ਮੈਂ ਸਮੇਂ-ਸਮੇਂ 'ਤੇ ਖੇਤਾਂ ਦਾ ਸਰਵੇਖਣ ਕਰਦਾ, ਫਿਰ ਇਹਨਾਂ ਦੀ ਸਲਾਹ ਦੇ ਨਾਲ ਕੋਈ ਸਪਰੇਅ ਵਗੈਰਾ ਕਰਦਾ। ਮੈਨੂੰ ਅੱਜ ਤੱਕ ਕੋਈ ਦਿੱਕਤ ਨਹੀਂ ਆਈ। ਜਦੋਂ ਸਫੇਦ ਮੱਛਰ ਵੀ ਪਿਆ ਸੀ ਉਦੋਂ ਵੀ ਮੇਰਾ ਨਰਮਾ 25 ਮਣ ਰਿਹਾ ਸੀਗਾ। ਐਤਕੀ ਵੀ ਮੇਰੇ ਨਰਮੇ ਦੀ ਕੰਡੀਸ਼ਨ ਬਹੁਤ ਚੰਗੀ ਹੈ, 12-13 ਕੁਇੰਟਲ ਦੇ ਲਗਭਗ ਹੋਊਗਾ ਕਿੱਲਾ, ਅਤੇ ਮੈਨੂੰ ਕੋਈ ਦਿੱਕਤ ਆਈ ਨਹੀਂ ਵੈਸੇ ਗੁਲਾਬੀ ਸੁੰਡੀ ਦੀ ਅਜੇ ਤੱਕ।
ਕਿਸਾਨ ਬੋੜ ਸਿੰਘ ਜੋ ਕਿ ਹਮੇਸ਼ਾ ਹੀ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਖੇਤੀਬਾੜੀ ਕਰਦੇ ਹਨ ਤੇ ਉਹਨਾਂ ਨੂੰ ਕਦੇ ਵੀ ਖੇਤੀ ਘਾਟੇਵੰਦ ਸੌਦਾ ਨਹੀਂ ਬਣੀ। ਉਹਨਾਂ ਦਾ ਕਹਿਣਾ ਹੈ ਕਿ ਹਮੇਸ਼ਾ ਖੇਤੀ ਵਿਗਿਆਨੀਆਂ ਦੀ ਸਲਾਹ ਨਾਲ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਬੀਜਣੀ ਚਾਹੀਦੀ ਹੈ। ਤੇ ਜਿਹੜਾ ਤੁਸੀਂ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਉਹ ਆਪਣੀ ਫਸਲ ਨੂੰ ਜਿਹੜਾ ਵਧੀਆ ਭਰਪੂਰ ਪੈਦਾਵਾਰ ਕਰ ਸਕਣ? ਮੇਰੀ ਤਾਂ ਬਸ ਮੈਂ ਸਲਾਹ ਤਾਂ ਕੀ ਦੇ ਸਕਦਾ, ਬਸ ਮੈਂ ਆਪਦੇ ਤਜਰਬੇ ਦੇ ਮੁਤਾਬਕ ਇਹੀ ਕਹਿ ਸਕਦਾ ਵੀ ਆਪਦਾ ਵੀ ਹਰ ਰੋਜ਼ ਖੇਤਾਂ ਦਾ ਸਰਵੇਖਣ ਕਰਦੇ ਰਹੋ। ਐਂ ਨਹੀਂ ਵੀ ਬਾਹਰ ਤੁਰ ਫਿਰ ਕੇ ਖੇਤਾਂ ਦੇ ਵਿੱਚ ਜਾ ਕੇ ਆਪਾਂ ਨੂੰ ਸਰਵੇਖਣ ਕਰਨਾ ਚਾਹੀਦਾ, ਫੇਰ ਹੀ ਪਤਾ ਲੱਗਦਾ ਬਿਮਾਰੀ ਦਾ ਜਾਂ ਕੀੜੇ ਪਤੰਗੇ ਦਾ। ਫੇਰ ਆਪਾਂ ਨੂੰ ਜਦੋਂ ਪਤਾ ਲੱਗੇ ਵੀ ਕੋਈ ਬਿਮਾਰੀ ਜਾਂ ਕੀੜ ਪਤੰਗਾ ਆ, ਉਸ ਤੋਂ ਬਾਅਦ ਆਪਾਂ ਨੂੰ ਖੇਤੀ ਬਾਰੇ ਮਾਹਰਾਂ ਦੀ ਸਲਾਹ ਲੈਣੀ ਚਾਹੀਦੀ ਹੈ। ਕਿਸਾਨ ਦਾ ਕਹਿਣਾ ਹੈ ਕਿ ਸ਼ੁਰੂ ਤੋਂ ਹੀ ਜੇਕਰ ਬਿਮਾਰੀ ਨੂੰ ਕੰਟਰੋਲ ਕੀਤਾ ਜਾਵੇ ਤਾਂ ਜਿਹੜਾ ਇਹ ਸ਼ੁਰੂ 'ਚ ਕਾਬੂ ਪੈ ਸਕਦਾ ਤੇ ਫਸਲ ਜਿਹੜੀ ਆ ਆਪਣੇ ਨੁਕਸਾਨ ਤੋਂ ਬਚ ਸਕਦੀ ਹੈ। ਹੁਣ ਤੁਸੀਂ ਰਣਜੀਤ ਸਿੰਘ ਢਿੱਲੋਂ ਦੇ ਨਾਲ ਬਲਕਰਨ ਸਿੰਘ ਖਾਰਾ ਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ।